ਸੋ ਜਿਹੜੀ ਜੋਤ ਜਾਗਦੀ ਹੈ ਉਹ ਇੱਕ ਹੋ ਜਾਂਦੀ ਹੈ। ਜਾਗਤੇ ਕੋ ਜਾਗਤਾ ਮਿਲੇ, ਉਹ ਫਿਰ ਮਿਲ ਜਾਂਦਾ ਹੈ। ਤੇ ਜਿੰਨਾ ਚਿਰ ਇੱਕ ਸੁੱਤਾ ਪਿਆ ਇੱਕ ਜਾਗਦਾ ਉਨਾ ਚਿਰ ਨਹੀਂ ਉਹਨੂੰ ਮਿਲਿਆ ਕਹਿੰਦੇ। ਗੁਰਬਾਣੀ ਦੇ ਅੰਦਰ ਬੇਅੰਤ ਪ੍ਰਮਾਣ ਦਿੱਤੇ ਨੇ ਪਾਤਸ਼ਾਹ ਨੇ ਕਿ ਇੱਕ ਕੀ ਹੈ, ਅਸੀਂ ਉਸ ਇੱਕ ਦਾ ਹੀ ਸੁਗਿਆਨ ਪ੍ਰਾਪਤ ਕਰਨਾ, ਕਿ ਜਿਹੜੀ ਸਾਡੇ ਹਿਰਦੇ ਦੇ ਅੰਦਰ ਜੋਤ ਹੈ ਉਹੀ ਇੱਕ ਹੈ। ਬਸ ਇੰਨਾ ਹੀ ਫਰਕ ਹੈ ਕਿ ਸਾਡਾ ਧਿਆਨ ਹੈ ਜਿਹੜਾ ਉਹ ਮਾਇਆ 'ਚ ਹੈ। ਜੇ ਅਸੀਂ ਧਿਆਨ ਬਾ ਮਨ ਬਾ ਆਤਮਾ ਨੂੰ ਮਾਇਆ 'ਚੋਂ ਪੱਟ ਲਈਏ ਤਾਂ ਅਸੀਂ ਇੱਕ ਹੋ ਸਕਦੇ ਹਾਂ। ਤੇ ਜਿੰਨਾ ਚਿਰ ਮਾਇਆ ਦੇ ਵਿੱਚ ਸਾਡਾ ਧਿਆਨ ਹੈ ਉਨਾ ਚਿਰ ਅਸੀਂ ਇੱਕ ਤੋਂ ਦੋ ਰੂਪ ਦੇ ਵਿੱਚ ਆ, ਤੇ ਦੋ ਦੇ ਵੀ ਸਾਡੇ ਤਿੰਨ ਬਣ ਜਾਂਦੇ ਆ। ਇੱਕ ਸਾਡਾ ਮੂਲ ਹੈ, ਪ੍ਰਾਤਮ ਹੈ, ਇੱਕ ਆਤਮਾ ਹੈ, ਮਨ ਹੈ, ਇੱਕ ਸਾਡੀ ਬੁੱਧੀ ਹੈ, ਅਕਲ ਹੈ। ਅਕਲ ਦੋਨਾਂ ਦੇ ਵਿਚਾਲੇ ਹੈ। ਤਿੱਥ ਹੈ, ਘੜੀ ਹੈ, ਸੁਰਤ, ਮਤ, ਮਨ, ਬੁੱਧ। ਇਹ ਘੜਨ ਵਾਲੀਆਂ ਚੀਜ਼ਾਂ ਨੇ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਇਹਨਾਂ ਨੂੰ ਘੜਿਆ, ਕਿ ਮਹਿ ਜੋ ਪੰਗਤੀ ਲਿਖੀ ਪੜ੍ਹੀ ਲਈ। ਗੁਰਬਾਣੀ ਆਖਦੀ ਹੈ ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਨ। ਪੜ੍ਹ ਕੇ ਨਹੀਂ ਭੇਦ ਦਾ ਪਤਾ ਲੱਗਦਾ, ਉਸ ਪੜ੍ਹੇ ਤੋਂ ਸਮਝਣਾ ਪੈਂਦਾ, ਫਿਰ ਬੁਝਾਰਤ ਬੁੱਝਣੀ ਪੈਂਦੀ ਹੈ। ਬੁੱਝੇ ਤੇ ਪਤਾ ਲੱਗਦਾ ਕਿ ਇੱਕ ਕੀ ਹੈ। ਜਿੰਨਾ ਚਿਰ ਬੁਝਾਰਤ ਨਹੀਂ ਬੁੱਝੀ ਜਾਂਦੀ ਉਨਾ ਚਿਰ ਨਹੀਂ ਪਤਾ ਲੱਗਦਾ। ਜਿਹੜੀਆਂ ਜੋਤਾਂ ਸੱਚਖੰਡ ਦੇ ਅੰਦਰ ਨੇ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਬੁੱਝਣ ਦਾ ਵਿਸ਼ਾ ਹੈ, ਜਿਹਦੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ। ਜਿਹੜਾ ਸਾਡੇ ਹਿਰਦੇ ਵਿੱਚ ਚੱਲ ਰਿਹਾ ਹੁਕਮ ਹੈ ਉਹਨੂੰ ਬੁੱਝਣਾ ਬਹੁਤ ਜ਼ਰੂਰੀ ਹੈ। ਸੋ ਜਿੰਨਾ ਚਿਰ ਉਹ ਨਹੀਂ ਬੁੱਝ ਹੁੰਦਾ ਉਨਾ ਚਿਰ ਫਿਰ ਗੱਲ ਨਹੀਂ ਬਣਦੀ। ਦਾਲ ਕਦੇ ਵੀ ਜੰਮਦੀ ਨਹੀਂ ਹੈ, ਤੇ ਜਦੋਂ ਦਾਲ ਦੇ ਦਾਣੇ ਦੋਨੇ ਇਕੱਠੇ ਕਰ ਦਿੱਤੇ ਜਾਣ ਤੇ ਧਰਤੀ ਦੇ ਅੰਦਰੋਂ ਬੀਜ ਦਿੱਤਾ ਜਾਵੇ ਤਾਂ ਫਿਰ ਉੱਗ ਪੈਂਦਾ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਇੱਕ ਹੋਏ ਤਾਂ ਉੱਗਵੇ। ਜੇ ਅਸੀਂ ਇੱਕ ਹੋਵਾਂਗੇ, ਸਾਡੀ ਆਤਮਾ ਪ੍ਰਾਤਮਾ ਇੱਕ ਹੋਵੇਗੀ ਤਾਂ ਅੰਦਰੋਂ ਦੁਵਿਧਾ ਖਤਮ ਹੋਵੇਗੀ, ਤਤ ਗਿਆਨ ਪ੍ਰਗਟ ਹੋਵੇਗਾ। ਰੁੱਤੀ ਹੋਂ ਰੁੱਤ ਹੋਏ, ਹੁਣ ਕਹਿੰਦੇ ਸਮਾਂ ਹੈ। ਸਮੇਂ ਦੇ ਨਾਲ ਬੀਜ ਬੀਜਿਆ ਜਾਵੇ ਤਾਂ ਜ਼ਿਆਦਾ ਲਾਹੇਵੰਦ ਹੈ। ਸਮੇਂ ਤੋਂ ਬਿਨਾਂ ਬੀਜ ਵੀ ਬੀਜਿਆ ਜਾਂਦਾ, ਪਰ ਉਹ ਕੁਰਤਾ ਬੀਜ ਹੁੰਦਾ, ਉਹਦਾ ਇੰਨਾ ਫਲ ਨਹੀਂ ਹੁੰਦਾ, ਉਹ ਸੁੱਕ ਜਾਂਦਾ, ਉਹਨੂੰ ਵਾਤਾਵਰਨ ਅਨੁਕੂਲ ਨਹੀਂ ਮਿਲਦਾ। ਵਾਤਾਵਰਨ ਦਾ ਵੀ ਅਨੁਕੂਲ ਹੋਣਾ ਬਹੁਤ ਜ਼ਰੂਰੀ ਹੈ। ਭਾਵ ਕਿ ਆਲੇ ਦਾਲੇ ਦਾ ਜਿਹੜੀ ਸੰਗਤ ਹੈ ਉਹ ਵੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜੀ ਹਰ ਵੇਲੇ ਨਿਰਾਕਾਰੀ ਗੱਲ ਕਰੇ, ਸੰਸਾਰੀ ਗੱਲ ਨਾ ਕਰੇ। ਜਦੋਂ ਸਾਡੇ ਅੰਦਰ ਸੰਸਾਰੀ ਪ੍ਰਕਿਰਿਆਵਾਂ ਜ਼ਿਆਦਾ ਜ਼ੋਰ ਫੜ ਜਾਂਦੀਆਂ ਨੇ, ਅਸੀਂ ਫਿਰ ਧਰਮ ਨੂੰ ਵੀ ਸੰਸਾਰੀ ਪੱਖ ਨਾਲ ਜੋੜ ਲੈਂਦੇ ਆ, ਜਿਵੇਂ ਅੱਜ ਜੁੜਿਆ ਹੋਇਆ। ਸਾਡੇ ਅੰਦਰ ਐਸੇ ਸ਼ਬਦ ਵਸ ਜਾਂਦੇ ਨੇ ਕਿ ਜਿਹੜੇ ਸਾਨੂੰ ਪਰਮਾਰਥ ਦੇ ਰਸਤੇ ਤੋਂ ਮਾਇਆ ਦੇ ਰਸਤੇ ਵੱਲ ਨੂੰ ਪ੍ਰੇਰਿਤ ਕਰ ਦਿੰਦੇ ਨੇ। ਪਰ ਸਾਨੂੰ ਕੁਛ ਨਹੀਂ ਪਤਾ ਹੁੰਦਾ, ਕਿਉਂਕਿ ਅਸੀਂ ਗੁਰਬਾਣੀ ਤੋਂ ਨਹੀਂ ਕੁਛ ਵੀ ਪੜ੍ਹਦੇ, ਨਾ ਅਸੀਂ ਗੁਰਬਾਣੀ ਤੋਂ ਕੁਛ ਸਮਝਦੇ ਹਾਂ। ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ। ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ ਉਨਾ ਚਿਰ ਸਾਡੀ ਅਕਲ ਕੰਮ ਕਰੂਗੀ, ਤੇ ਜਦੋਂ ਅਸੀਂ ਗੁਰਬਾਣੀ ਤੋਂ ਪੜ੍ਹਾਂਗੇ ਉਦੋਂ ਗੁਰ ਦੀ ਅਕਲ ਕੰਮ ਕਰੇਗੀ। ਤਾਂ ਹੀ ਪਾਤਸ਼ਾਹ ਨੇ ਆਖਿਆ ਨਾ, ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤੀ ਬਿਨਾ ਬਹੁ ਡੂਬੇ ਸਿਆਣੇ। ਤੂੰ ਗੁਰ ਕੀ ਮਤ ਲੈ, ਵੀ ਗੁਰ ਤੇ ਤੋਂ ਕੀ ਚਾਹੁੰਦਾ ਹੈ, ਉਹ ਸੁਗਿਆਨ ਪ੍ਰਾਪਤ ਕਰ ਜਿਹੜਾ ਤੇਰੇ ਮਨ ਨੂੰ ਮਾਇਆ ਚੋਂ ਬਾਹਰ ਕੱਢੇ। ਕਿਉਂਕਿ ਮਨ ਮਾਇਆ ਮੈਂ ਫਸ ਰਹੇ ਹੋ, ਨਿਕਸਤ ਨਾਹੇ ਨਾ ਮੀਤ। ਮਨ ਨਹੀਂ ਮਾਇਆ ਚੋਂ ਬਾਹਰ ਨਿਕਲਦਾ, ਤੇ ਮਨ ਨੂੰ ਕੱਢੂ ਕੌਣ? ਅਕਲ, ਬੁੱਧੀ। ਜਿੰਨੀ ਸਾਡੀ ਬੁੱਧੀ ਦੇ ਵਿੱਚ ਸੁਗਿਆਨ ਹੋਵੇਗਾ, ਅਕਲ ਸਾਨੂੰ ਤੇਜ਼ ਹੋਵੇਗੀ, ਸ਼ਾਰਪ ਹੋਵੇਗੀ, ਉਨਾ ਹੀ ਸਾਡਾ ਮਨ ਮਾਇਆ ਚੋਂ ਬਾਹਰ ਜਾਵੇਗਾ। ਇਹ ਵਿਵੇਕ ਬੁੱਧ ਹੈ।
ਜਿਵੇਂ ਪਾਤਸ਼ਾਹ ਕਹਿੰਦੇ ਆ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਪਾਤਸ਼ਾਹ ਕਹਿੰਦੇ ਮੈਂ ਸਾਰਾ ਕੁਝ ਕਰਕੇ ਦੇਖਿਆ, ਮੈਂ ਵੀ ਪਾਠ ਪੜ੍ਹ ਕੇ ਦੇਖਿਆ, ਅਰੇ ਇਹਨਾਂ ਪਾਠਾਂ ਨੂੰ ਵਿਚਾਰ ਕੇ ਵੀ ਦੇਖਿਆ, ਜਿਵੇਂ ਅਸੀਂ ਵੀ ਵਿਚਾਰਦੇ ਹਾਂ ਕਿ ਇੰਨੀ ਗੁਰਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਇੰਨੀ ਕਬੀਰ ਸਾਹਿਬ ਦੀ ਹੈ, ਸਿੱਖਾਂ ਦਾ ਗੁਰੂ ਕੌਣ ਹੈ, 15 ਭਗਤ ਨੇ, 10 ਗੁਰੂ ਨੇ, 11 ਭੱਟ ਨੇ, 3 ਸਿੱਖਾਂ ਦੀ ਬਾਣੀ ਹੈ। ਇਹ ਬਾਹਰਲੀ ਗੱਲ, ਇਹ ਮਾਇਆ 'ਚ ਵਿਚਾਰ ਹੈ, ਇਹ 'ਚ ਪਰਮਾਰਥ ਦੀ ਵਿਚਾਰ ਨਹੀਂ ਹੈ। ਇਹ ਸੰਸਾਰੀ ਹੋਂਦ ਨੂੰ ਉੱਚਾ ਕਰਨ ਵਾਸਤੇ ਹੈ। ਜਿਹਦੇ ਅੰਦਰ ਪਰਮਾਰਥੀ ਸੋਚ ਹੁੰਦੀ ਹੈ, ਪਰਮਾਰਥੀ ਸੋਚ ਵਾਲਾ ਇਸ ਸੰਸਾਰ 'ਚ ਪਕੜ ਘਟਾਉਂਦਾ ਹੈ, ਸੱਚਖੰਡ ਵੱਲ ਨੂੰ ਪਕੜ ਵਧਾਉਂਦਾ ਹੈ। ਤੇ ਜਿਹੜਾ ਸੰਸਾਰੀ ਹੁੰਦਾ ਹੈ, ਉਹ ਸੰਸਾਰ 'ਚ ਪਕੜ ਵਧਾਉਂਦਾ, ਨਿਰਾਕਾਰੀ ਤਾਂ ਉਹਨੂੰ ਸੋਝੀ ਹੀ ਨਹੀਂ ਹੁੰਦੀ। ਤਾਂ ਹੀ ਪਾਤਸ਼ਾਹ ਕਹਿੰਦੇ ਆ, ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਉਨਾ ਚਿਰ ਪੱਕੀ ਨਹੀਂ ਪੈਂਦੀ ਗੰਢ, ਤੇ ਜਿੰਨਾ ਚਿਰ ਟੁੱਟਦੀ ਨਹੀਂ ਮਾਇਆ ਨਾਲੋਂ। ਸੋ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਕਹਿੰਦੇ ਗਿਆਨ ਵਿਚਾਰਿਆ। ਅਸੀਂ ਵੀ ਅੱਜ ਗਿਆਨ ਵਿਚਾਰਦੇ ਹਾਂ। ਅਸੀਂ ਸਵੈਮ ਆਪਣੇ ਆਪ ਨੂੰ ਨਹੀਂ ਵਿਚਾਰਦੇ, ਅਸੀਂ ਗਿਆਨ ਵਿਚਾਰਦੇ ਹਾਂ। ਨਿਵਲ ਭਿਅੰਗਮ ਸਾਧੇ, ਫਿਰ ਅਸੀਂ ਬੜੇ ਤਰ੍ਹਾਂ ਦੇ ਸਾਧਨਾਵਾਂ ਕਰਦੇ ਹਾਂ, ਆਪੋ ਆਪਣੀਆਂ ਮੱਤਾਂ ਚਲਾਉਂਦੇ ਹਾਂ, ਮਰਜ਼ਾਦਾਵਾਂ ਚਲਾਉਂਦੇ ਹਾਂ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ, ਦੂਸਰੇ ਨੂੰ ਨਹੀਂ ਚੰਗਾ ਸਮਝਦੇ। ਪਰ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਪੰਜ ਜਨਾਂ ਸਿਓ, ਜਿਹੜੇ ਪੰਜ ਨੇ, ਭਰਮ ਦੀਆਂ ਸਾਡੇ ਅੰਦਰ ਪ੍ਰਕਿਰਿਆਵਾਂ ਚੱਲਦੀਆਂ ਨੇ, ਉਹਨਾਂ ਦੇ ਨਾਲੋਂ ਸੰਗ ਨਹੀਂ ਛੁੱਟਦਾ। ਜਿਵੇਂ ਅੱਜ ਧਰਮ ਦੇ ਬੇਅੰਤ ਆਗੂ ਨੇ, ਉਹਨਾਂ ਦੀ ਆਪਸ ਵਿੱਚ ਇੱਕ ਸੁਰ ਨਹੀਂ ਹੈ, ਉਹ ਆਪਸ ਵਿੱਚ ਇੱਕ ਦੂਜੇ ਨਾਲ ਮਿਲ ਬੈਠ ਕੇ ਨਹੀਂ ਸਕਦੇ, ਜਦ ਕਿ ਹੈ ਧਾਰਮਿਕ। ਦੂਸਰੇ ਪਾਸੇ ਜਿਹੜੇ ਅਸਲ ਧਾਰਮਿਕ ਨੇ, ਜਿਹੜੇ ਦਰਗਾਹ ਨਹੀਂ, ਦਰਗਾਹੀ ਧਾਰਮਿਕ ਨੇ, ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਧਾਰਮਿਕ ਮੰਨਿਆ ਜਾਂਦਾ, ਉਹ ਰਹਿੰਦੇ ਇਕੱਠੇ ਨੇ। ਕਿਸ ਵੇਲੇ ਹੋਇਆ ਧਰੂੰ ਜੀ ਤੇ ਬਾ ਪ੍ਰਹਲਾਦ ਜੀ, ਤੇ ਕਿਸ ਵੇਲੇ ਹੋਇਆ ਕਬੀਰ ਸਾਹਿਬ ਜੀ। ਕਬੀਰ ਸਾਹਿਬ ਜੀ ਉਹਨਾਂ ਦੀ ਗੱਲ ਕਰਦੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂੰ ਪ੍ਰਹਲਾਦ ਜਪਿਓ ਹਰ ਜੈਸੇ। ਜਦ ਕਿ ਸਰੀਰ ਕਰਕੇ ਕਬੀਰ ਸਾਹਿਬ ਦੇ ਵੇਲੇ ਧਰੂੰ ਜੀ ਨਹੀਂ ਹੈਗੇ, ਜਿਹੜੇ ਸੰਸਾਰੀ ਤੌਰ ਤੇ ਧਰੂੰ ਤੇ ਪ੍ਰਹਲਾਦ ਮੰਨਦੇ। ਪਰ ਗੁਰਬਾਣੀ ਦਾ ਕਹਿੰਦੇ ਕੇਤੇ ਧੂ ਉਪਦੇਸ਼, ਪਤਾ ਨਹੀਂ ਕਿੰਨੇ ਕੁ ਧਰੂ ਹੋਏ ਨੇ। ਧਰੂੰ ਜੀ ਤੇ ਬਾ ਪ੍ਰਹਲਾਦ ਜੀ ਦੀ ਜੋ ਮੱਤ ਸੀ, ਜੋ ਇੱਕ ਨੂੰ ਉਹਨਾਂ ਨੇ ਜਾਣਿਆ ਸੀ, ਇੱਕ ਸਰੂਪ ਦਾ ਉਹਨਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਸੀਗਾ ਕਿ ਮੈਂ ਹੀ ਇੱਕ ਹਾਂ, ਦੁਵਿਧਾ ਦੂਰ ਕੀਤੀ ਹੈ, ਉਸੇ ਹੀ ਸਰੂਪ ਨੂੰ ਸ੍ਰੀ ਪਾਤਸ਼ਾਹ ਕਬੀਰ ਸਾਹਿਬ ਨੇ ਵੀ ਜਾਣਿਆ। ਕਬੀਰ ਸਾਹਿਬ ਕਹਿੰਦੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਕਹਿੰਦੇ ਮੈਂ ਜਾਣ ਲਈ। ਓਅੰਕਾਰ ਆਦਿ ਮੈਂ ਜਾਨਾ, ਕਹਿੰਦੇ ਮੈਂ ਆਪਣੇ ਆਕਾਰ ਨੂੰ, ਆਪਣੀ ਜੋਤ ਨੂੰ ਜਾਣ ਲਿਆ। ਲਿਖਰ ਮੇਟੇ ਤਾਹੇ ਨਾ ਮੰਨਦਾ, ਕਹਿੰਦੇ ਪਰ ਜਿਹੜਾ ਤੁਸੀਂ ਲਿਖ ਕੇ ਕਹਿੰਦੇ ਵੀ ਇਹ ਓਅੰਕਾਰ ਆ, ਮੈਂ ਨਹੀਂ ਕਹਿੰਦੇ ਮੰਨਦਾ ਇਹਨੂੰ। ਜਿਹੜੀ ਚੀਜ਼ ਲਿਖ ਕੇ ਮਿਟਾਈ ਜਾਂਦੀ ਹੈ ਉਹ ਓਅੰਕਾਰ ਨਹੀਂ ਹੁੰਦਾ। ਉਹ ਓਅੰਕਾਰ ਬਾਰੇ ਗਿਆਨ ਜ਼ਰੂਰ ਦਿੱਤਾ ਜਾਂਦਾ ਹੈ, ਪਰ ਓਅੰਕਾਰ ਚੇਤਨ ਸਰੂਪ ਹੈ। ਓਅੰਕਾਰ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਜੜ ਸਰੂਪ ਹੁੰਦੀ ਹੈ, ਨਾ ਕਿ ਉਹ ਚੇਤਨ ਸਰੂਪ ਹੁੰਦੀ ਹੈ। ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਕਹਿੰਦੇ ਸੰਗ ਨਹੀਂ ਛੁੱਟਦਾ। ਕੀ ਹੋ ਗਿਆ? ਅਦਕ ਅਹੰਗ ਬੁੱਧ ਵਾਧੇ, ਕਹਿੰਦੇ ਸਗੋਂ ਹੋਰ ਵੀ ਹੰਗਤਾ ਵੱਧ ਜਾਂਦੀ ਹੈ। ਅੱਜ ਧਾਰਮਿਕ ਦੇ ਲੋਕਾਂ ਦੇ ਵਿੱਚ ਜਿਹੜੇ ਸੰਸਾਰੀ ਧਾਰਮਿਕ ਆਗੂ ਨੇ, ਉਹਨਾਂ ਦੇ ਅੰਦਰ, ਹੇ ਮੇਰੇ ਮਨ ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਦੇਖ, ਤੂੰ ਵੀ ਤਾਂ ਧਾਰਮਿਕ ਆਗੂ ਹੀ ਕਹਾਉਣਾ, ਤੇਰੇ ਅੰਦਰ ਕਿੰਨੀ ਹੰਗਤ ਹੈ। ਤੂੰ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦਾ। ਸੰਸਾਰੀ ਪ੍ਰਕਿਰਿਆਵਾਂ ਕਰਕੇ ਪਰਿਵਾਰਾਂ ਦੇ ਵਿੱਚ ਵੀ ਦੁਸ਼ਮਣੀਆਂ ਪੈ ਗਈਆਂ ਕਿ ਤੂੰ ਤਾਂ ਪਾਠ ਨਹੀਂ ਕਰਦਾ, ਤੂੰ ਗੁਰਦੁਆਰੇ ਨਹੀਂ ਜਾਂਦਾ, ਅਸੀਂ ਤੇਰੇ ਨਾਲ ਕਿਉਂ ਬੋਲੀਏ। ਜਦ ਕਿ ਸਾਨੂੰ ਸਾਡੀ ਗੁਰਬਾਣੀ ਕਹਿੰਦੀ ਹੈ ਕਿ ਨਾ ਕੋ ਵੈਰੀ ਨਹੀਂ ਵਿਗਾਨਾ, ਸਗਲ ਸੰਗ ਹਮ ਕੋ ਬਨਿਆਈ।
ਜੋ ਕੁਝ ਸਾਨੂੰ ਗੁਰ ਉਪਦੇਸ਼ ਦਿੰਦਾ ਹੈ, ਉਹ ਅਸੀਂ ਪੜ੍ਹਦੇ ਜ਼ਰੂਰ ਹਾਂ। ਹੇ ਮੇਰੇ ਮਨਾ ਤੂੰ ਪੜ੍ਹਦਾ ਹੈ, ਪਰ ਸਵੈਮ ਤਾਂ ਮੰਨਦਾ ਨਹੀਂ। ਤੂੰ ਤਾਂ ਸਗੋਂ ਨਫ਼ਰਤ ਪੈਦਾ ਕਰਦਾ ਹੈ। ਗੁਰਬਾਣੀ ਪੜ੍ਹਨੀ ਜ਼ਰੂਰੀ ਨਹੀਂ ਹੈ, ਗੁਰਬਾਣੀ ਮੰਨਣੀ ਜ਼ਰੂਰੀ ਹੈ। ਕਿਤੇ ਨਹੀਂ ਲਿਖਿਆ ਪੜ੍ਹ ਕੇ ਪ੍ਰਾਪਤੀ ਹੈ, ਮੰਨ ਕੇ ਪ੍ਰਾਪਤੀ ਲਿਖੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਹੁਕਮ ਮੰਨਿਆ ਹੋਵੇ ਪ੍ਰਵਾਨ, ਖਸਮੇ ਕਾ ਮੈਲ ਪਾਏ। ਕਿਤੇ ਵੀ ਇੱਕ ਪੰਕਤੀ ਨਹੀਂ ਲਿਖੀ ਗੁਰਬਾਣੀ 'ਚ ਮਿਲਦੀ ਕਿ ਪੜ੍ਹੇ ਤੋਂ ਪ੍ਰਾਪਤੀ ਹੈ। ਸਗੋਂ ਪੜ੍ਹਿਆ ਵਾਲਿਆਂ ਨੂੰ ਕੰਡੈਮ ਜ਼ਰੂਰ ਗੁਰਬਾਣੀ 'ਚ ਬੇਅੰਤ ਪੰਕਤੀਆਂ ਨੇ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਪੜ੍ਹ ਪੜ੍ਹ ਗੱਡੇ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਜੀਤਾ ਪੜ੍ਹਿਆ ਤੇਤਾ ਖੜਿਆ, ਵੇਦ ਪੜ੍ਹੇ ਪੜ੍ਹ ਪੰਡਤ ਜਨਮ ਗਵਾਏ। ਤਾਂ ਜਨਮ ਹੀ ਗਵਾਇਆ ਗਿਆ। ਸਗੋਂ ਪੜ੍ਹਨਾ ਹੰਕਾਰ ਪੈਦਾ ਹੋ ਗਿਆ। ਜੇ ਕਿਤੇ ਗੁਰਬਾਣੀ ਤੋਂ ਸਮਝ ਲੈਂਦੇ, ਜੇ ਤੂੰ ਗੁਰਬਾਣੀ ਦੀ ਗੱਲ ਨੂੰ ਸਮਝ ਕੇ ਖੁਦ ਮਨਾ ਮੰਨਣ ਲੱਗ ਜਵੇਂ, ਤਾਂ 1 ਸਕਿੰਟ 'ਚ ਉਧਾਰ ਹੋ ਜਾਂਦਾ ਹੈ। 1 ਸਕਿੰਟ ਵੀ ਬਹੁਤ ਜ਼ਿਆਦਾ ਹੈ, ਇਦੋਂ ਵੀ ਘੱਟ ਸਮਾਂ ਲੱਗਦਾ। ਇੱਕ ਨੁਕਤ ਹੈ ਬਸ, ਰਾਮ ਰਾਮ ਤੋਂ ਸਭ ਕਹਿ ਰਾਮ ਕਹਿਣ ਮੈਂ ਭੇਦ। ਪਾਤਸ਼ਾਹ ਕਹਿੰਦੇ ਭੇਦ ਨੂੰ ਜਾਣ ਲਾ ਤੂੰ। ਜਿਹਨੇ ਭੇਦ ਜਾਣ ਗਿਆ ਵੀ ਰਾਮ ਕੀ ਹੈ, ਉਹਨੂੰ ਸਾਰਾ ਪਤਾ ਲੱਗ ਜਾਂਦਾ ਹੈ। 5 ਜਨਾਂ ਸੋ ਸੰਗ ਨਾ ਛੁੱਟ ਗਿਓ, ਅਦਕ ਅੰਗ ਬੁੱਧ ਬਾਦੇ। ਹੈ ਮੇਰੇ ਮਨਾ ਤੇਰੇ ਅੰਦਰ ਤਾਂ ਹੰਕਾਰ ਹੀ ਬਹੁਤ ਵੱਧ ਗਿਆ। ਪਿਆਰੇ ਇਨ ਵਿਦ ਮਿਲਣ ਨਾ ਜਾਏ। ਸੱਚਖੰਡ 'ਚੋਂ ਆਵਾਜ਼ ਆਈ ਵੀ ਤੂੰ ਸਾਡਾ ਪਿਆਰ ਹੈ, ਪਰ ਇਸ ਤਰੀਕੇ ਨਾਲ ਤੂੰ ਮਿਲ ਨਹੀਂ ਸਕਦਾ। ਹੁਣ ਮਿਲਣਾ ਸੱਚਖੰਡ ਨਾਲ ਨਹੀਂ ਹੈ, ਮਿਲਣਾ ਆਪ ਹੀ ਹੈ। ਤੂੰ ਆਪਣੇ ਮੂਲ ਨਾਲ ਹੀ ਮਿਲਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਤਮਾ ਨੇ ਪ੍ਰਾਤਮਾ ਨਾਲ ਮਿਲਣਾ। ਆਤਮਾ ਪ੍ਰਾਤਮਾ ਦਾ ਮਿਲਣਾ ਕੀ ਹੈ? ਆਪਣੀ ਹੀ ਵਿਚਾਰਾਂ ਨੂੰ ਬਿਲਕੁਲ ਸ਼ੁੱਧ ਕਰਨਾ, ਨਿਰਪੱਖ ਕਰਨਾ। ਜਦੋਂ ਸਾਡੇ ਵਿਚਾਰ ਬਿਲਕੁਲ ਸ਼ੁੱਧ ਨੇ, ਦੁਵਿਧਾ ਦਵੈਸ਼ ਤੋਂ ਪਰੇ ਨੇ, ਈਰਖਾ ਨਹੀਂ ਹੈ, ਦੋਸ਼ ਨਹੀਂ ਹੈ, ਤਾਂ ਸਵੈਮ ਹੀ ਜੀਵ ਹੈ। ਆਤਮ ਚੀਨ ਪ੍ਰਾਤਮ ਸੋਈ। ਕਹਿੰਦੇ ਤੂੰ ਆਪਣੇ ਮਨ ਨੂੰ ਖੋਜ ਤਾਂ ਸਹੀ, ਤੂੰ ਹੀ ਪਰਮਾਤਮ ਹੈ। ਪਰ ਸਾਡੇ ਕੀ ਪ੍ਰਚਾਰ ਹੈ? ਸਾਡੇ ਸਾਰਾ ਪ੍ਰਚਾਰ ਇਸ ਤੋਂ ਉਲਟ ਹੈ। ਅੱਜ ਗੁਰਮਤ ਦੇ ਅੰਦਰ ਜਿਹੜੀ ਗੁਰਬਾਣੀ ਦਾ ਪ੍ਰਚਾਰ ਆ, ਉਹ ਸਾਰਾ ਹੀ ਸੰਸਾਰੀ ਹੋ ਰਿਹਾ। ਨਿਰਾਕਾਰੀ ਤਾਂ ਗੱਲ ਇੱਕ ਵੀ ਨਹੀਂ ਦੱਸੀ ਜਾ ਰਹੀ। ਅੱਜ ਤੱਕ ਮੈਂ ਨਹੀਂ ਸੁਣਿਆ ਕਿ ਕਿਸੇ ਨੇ ਇਹ ਗੱਲ ਕਹੀ ਹੋਵੇ ਭਾਈ ਹੁਕਮ ਬੁੱਝੋ। ਤੇ ਗੁਰਬਾਣੀ ਦਾ ਥਾਂ ਥਾਂ ਤੇ ਕਹਿੰਦੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ। ਕਹਿੰਦੇ ਜੇ ਹੁਕਮ ਬੁੱਝ ਲਵੋ ਤਾਂ ਹਉਮੈ ਕਹਿ ਨਾ ਕੋਏ। ਇਹ ਨਿਸ਼ਾਨੀ ਹੈ, ਜਦੋਂ ਹੁਕਮ ਬੁੱਝ ਹੁੰਦਾ ਨਾਲ ਦੇ ਨਾਲ ਹਉਮੈ ਵੀ ਬਾਹਰ ਨਿਕਲਦੀ ਹੈ। ਜੇ ਗੰਦੇ ਪਾਣੀ ਦੇ ਵਿੱਚ ਤੁਸੀਂ ਬਾਹਰੋਂ ਸਾਫ਼ ਪਾਣੀ ਪਾਈ ਚੱਲੋ, ਹੌਲੀ ਹੌਲੀ ਪੈਣ ਦੇ ਨਾਲ ਉਹ ਗੰਦਾ ਪਾਣੀ ਬਾਹਰ ਨਿਕਲ ਜਾਂਦਾ, ਇਕੱਲਾ ਸਾਫ਼ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਿੰਨੇ ਸ਼ੁੱਧ ਵਿਚਾਰ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰੀ ਜਾਣਗੇ, ਜਿੰਨੇ ਸਾਡੇ ਮੈਲੇ ਵਿਚਾਰ ਨੇ ਉਹ ਬਾਹਰ ਨਿਕਲ ਜਾਣਗੇ, ਸ਼ੁੱਧ ਹੋ ਜਾਵਾਂਗੇ। ਸੋ ਸਾਡੀ ਜਿਹੜੀ ਆਰਥਿਕ ਪਰਮਾਰਥਕ ਪ੍ਰਣਾਲੀ ਹੈ, ਉਹ ਸਵਾਰਥਕ ਬਣ ਗਈ। ਪਰਮਾਰਥ ਨੂੰ ਅਸੀਂ ਸਵਾਰਥਕ ਬਣਾ ਲਿਆ, ਸੋ ਪ੍ਰਾਪਤੀ ਨਹੀਂ ਹੈ। ਸੋ ਸਾਡੇ ਟੀਕਾਕਾਰ ਵੀ ਕੀ ਕਰਦੇ ਆ? ਜੋ ਧਰਮ ਦੇ ਆਗੂ ਸੀ, ਉਹਨਾਂ ਨੇ ਵੀ ਇਸ ਗੁਰਬਾਣੀ ਦੇ ਜਿੰਨੇ ਵੀ ਅਰਥ ਕੀਤੇ, ਉਹ ਸਾਰੇ ਮਾਇਆ 'ਚ ਕਰਤੇ। ਔਰ ਮਾਇਆ 'ਚ ਐਸਾ ਅਰਥ ਹੋ ਗਿਆ ਕਿ ਸਾਡੀ ਸੁਰਤ ਮਾਇਆ 'ਚ ਗਵਨ ਕਰਨ ਲੱਗ ਗਈ, ਹਿਰਦਾ ਛੁੱਟ ਗਿਆ। ਸੋ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਕਹਿੰਦੇ ਆ ਸਾਰਾ ਕੁਝ ਮੈਂ ਵੀ ਕਰਕੇ ਵੇਖੇ। ਫਿਰ ਕਹਿੰਦੇ ਮਿਲ ਕਿਵੇਂ ਹੋਊਗਾ? ਕਹਿੰਦੇ ਹਾਰ ਭਰਿਓ ਸੁਆਮੀ ਕਹਿ ਦੁਆਰਾ। ਦੇਖੋ ਪਾਤਸ਼ਾਹ ਕਹਿੰਦੇ ਹਾਰ ਭਰਿਓ। ਹਾਰਨਾ ਤਾਂ ਫਿਰ ਆਪਣਾ ਆਪਾ ਗਵਾਉਣਾ ਹੁੰਦਾ। ਹੇ ਮੇਰੇ ਮਨਾ ਤੂੰ ਹਾਰਨਾ ਤਾਂ ਚਾਹੁੰਦਾ ਨਹੀਂ, ਤੂੰ ਤਾਂ ਹਰ ਵੇਲੇ ਜਿੱਤਣਾ ਚਾਹੁੰਦਾ। ਵੀ ਮੈਂ ਕਿਵੇਂ ਹਾਰ ਜਾਵਾਂ, ਮੈਂ ਪਿੱਛੇ ਕਿਵੇਂ ਹਟ ਜਾਵਾਂ? ਜੇ ਮੈਂ ਪਿੱਛੇ ਹਟ ਗਿਆ, ਮੇਰੀ ਤਾਂ ਇੱਜ਼ਤ ਹੀ ਗਈ। ਫਿਰ ਤਾਂ ਤਿਰਕਾਰ ਹੈ ਵੀ ਮੇਰਾ ਪਿੱਛੇ ਹਟ ਜਾਣਾ। ਮਾਇਆ ਚੋਂ ਪਿੱਛੇ ਹਟਣਾ, ਸੱਚ ਲਈ ਅੱਗੇ ਵਧਣਾ। ਮੈਂ ਕੀਏ ਕਰਮ ਅਨੇਕਾ,
ਹਾਰ ਪਰਿਓ ਸੁਆਮੀ ਕੈ ਦਵਾਰੈ। ਸੁਆਮੀ ਹੈ ਸਾਡਾ ਮੂਲ, ਜਿੱਥੋਂ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ। ਕਹਿੰਦੇ ਉਹਦੇ ਅੱਗੇ ਝੁਕ ਜਾ। ਦੀਜੈ ਬੁੱਧ ਵਿਵੇਕਾ, ਉਹਨੂੰ ਕਹਿ ਕੇ ਆਪਣੇ ਵਾਲੀ ਬੁੱਧ ਦੇ ਮੈਨੂੰ, ਜਿਹੜੀ ਅਕਲ ਤੇਰੇ ਕੋਲ ਆ, ਭਾਵ ਕਿ ਜਿਹੜਾ ਹੁਕਮ ਤੈਨੂੰ ਸੁਣਦਾ ਬਾ ਸੱਚਖੰਡ ਤੋਂ, ਉਹ ਹੁਕਮ ਦੀ ਸੋਝੀ ਕਰਾ। ਉਹ ਹੈ ਨਾਮ। ਉਸ ਨਾਮ ਦੀ ਪ੍ਰਾਪਤੀ ਦੇ ਨਾਲ ਜੀਵ ਜਾਗਦਾ ਹੈ। ਉਨਾ ਚਿਰ ਜਾਗਦਾ ਨਹੀਂ ਹੈ। ਸੋ ਸਾਡੇ ਟੀਕਾਕਾਰਾਂ ਨੇ ਇਸ ਇੱਕ ਦਾ ਅਰਥ ਇਹ ਕੀਤਾ ਕਿ ਇੱਕ ਓਅੰਕਾਰ ਕੇ ਪ੍ਰਮਾਤਮਾ ਇੱਕ ਹੈ। ਅੱਜ ਸਾਡੇ ਸਿੱਖਾਂ ਦੀ ਜ਼ੁਬਾਨ ਦੇ ਉੱਪਰ ਇਹ ਸ਼ਬਦ ਹੈ ਕਿ ਪ੍ਰਮਾਤਮਾ ਇੱਕ ਹੈ, ਪ੍ਰਮਾਤਮਾ ਦੀ ਕਿਰਪਾ ਹੈ। ਪ੍ਰਮਾਤਮਾ ਦੀ ਕਿਰਪਾ ਤੋਂ ਕੁਝ ਵੀ ਨਹੀਂ ਹੁੰਦਾ। ਪ੍ਰਮਾਤਮਾ ਸਭ ਕੁਝ ਕਰ ਸਕਦਾ ਹੈ। ਪ੍ਰਮਾਤਮਾ ਚਾਹੇ ਕੀ ਨਹੀਂ ਹੋ ਸਕਦਾ। ਵੱਡੇ ਤੋਂ ਵੱਡੇ ਧਾਰਮਿਕ ਪੁਰਸ਼ ਦੀ ਜ਼ੁਬਾਨ ਦੇ ਉੱਪਰ ਇਹ ਸ਼ਬਦ ਹੈ। ਪਰ ਜਿਹਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ, ਜਿਸ ਬਾਣੀ ਨੂੰ ਅਸੀਂ ਗੁਰੂ ਸਵੀਕਾਰ ਕੀਤਾ ਹੋਇਆ, ਉਸ ਬਾਣੀ ਦੇ ਵੱਲੋਂ ਜੋ ਗੁਰਬਾਣੀ 'ਚ ਦਰਜ ਕੀਤਾ ਗਿਆ ਵਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਹੈ, ਇਹਦੇ ਵਿੱਚ ਕਿਤੇ ਵੀ ਪਰਮਾਤਮਾ ਸ਼ਬਦ ਹੀ ਨਹੀਂ ਆਉਂਦਾ। ਕੋਈ ਵੀ ਦਿਖਾ ਦੇਵੇ ਵੀ ਇਹਦੇ ਵਿੱਚ ਪਰਮਾਤਮਾ ਸ਼ਬਦ ਲਿਖਿਆ ਹੋਵੇ। ਜਿੰਨੇ ਵੀ ਕਿਰਤਮ ਨਾਮ ਨੇ ਵਾ ਗੁਣਵਾਚਕ ਨਾਮ ਨੇ, ਕਿਤੇ ਵੀ ਨਹੀਂ ਆਉਂਦਾ। ਰਾਮ ਹੈ, ਗੋਬਿੰਦ ਹੈ, ਨਿਰੰਜਨ ਹੈ, ਨਾਰਾਇਣ ਹੈ, ਪ੍ਰਭੂ ਹੈ, ਇਹ ਸਾਰੇ ਸ਼ਬਦ ਨੇ, ਪਰ ਇਹਨਾਂ 'ਚ ਕਿਤੇ ਵੀ ਪਰਮਾਤਮਾ ਸ਼ਬਦ ਨਹੀਂ ਆਉਂਦਾ। ਤੇ ਪਰਮਾਤਮਾ ਸ਼ਬਦ ਸਾਡੇ ਕੋਲ ਕਿੱਥੋਂ ਆਇਆ, ਕੋਈ ਪਤਾ ਨਹੀਂ। ਜਿਹੜਾ ਸ਼ਬਦ ਸਾਡੇ ਗੁਰ ਨੇ ਹੀ ਨਹੀਂ ਸਾਨੂੰ ਦਿੱਤਾ, ਉਹਨੂੰ ਅਸੀਂ ਕਿਉਂ ਸਵੀਕਾਰ ਕਰੀਏ? ਪਰ ਸਾਡੇ ਸਵੀਕਾਰ ਹੈ। ਜਦ ਕਿ ਸਾਡਾ ਗੁਰ ਸਾਨੂੰ ਕੀ ਕਹਿੰਦਾ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕੰਨ। ਕਿ ਜੋ ਮੈਂ ਤੁਹਾਨੂੰ ਕਹਿੰਦਾ ਉਸ ਗੱਲ ਦੀ ਯਕੀਨ ਕਰਿਓ। ਇਹ ਮਾਇਆ, ਇਹਦਾ ਸੰਸਾਰ ਹੈ, ਇੱਥੋਂ ਨਿਕਲਣਾ ਬਹੁਤ ਔਖਾ ਹੈ, ਤਿਲਕਣਬਾਜ਼ੀ ਬਹੁਤ ਹੈ। ਜਿਹੜਾ ਸ਼ਬਦ ਤੁਹਾਨੂੰ ਮੈਂ ਕਹੂੰਗਾ ਉਹੀ ਸ਼ਬਦ ਆਪਣੀ ਸੁਰਤ 'ਚ ਵਸਾਇਓ, ਕਿਉਂਕਿ ਸੁਰਤ ਨੇ ਭਵ ਸਾਗਰ ਦੇ ਵਿੱਚੋਂ ਸ਼ਬਦ ਦੇ ਅਨੁਸਾਰ ਤਰਨਾ। ਸ਼ਬਦ ਸੁਰਤ ਭਵ ਸਾਗਰ ਤਰੀ ਹੈ, ਨਹੀਂ ਡੁੱਬੇ ਤਾਂ ਹੈਗੇ ਹੀ ਹੋ, ਤੁਹਾਨੂੰ ਕੋਈ ਕੱਢ ਨਹੀਂ ਸਕਦਾ। ਪਰ ਸੰਸਾਰੀ ਸੀ ਜਿਹੜੇ, ਉਹਨਾਂ ਨੇ ਐਸਾ ਇਸ ਗੁਰਬਾਣੀ ਦੇ ਅਰਥਾਂ ਨੂੰ ਬਦਲ ਕੇ ਸਾਡੇ ਅੱਗੇ ਰੱਖ ਦਿੱਤਾ ਕਿ ਅੱਜ ਸਾਡੀ ਸੁਰਤ ਉਹਨਾਂ ਸ਼ਬਦਾਂ ਦੀ ਗੁਲਾਮ ਬਣ ਕੇ ਰਹਿ ਗਈ ਕਿ ਜਿਹੜੇ ਸ਼ਬਦ ਸਾਡੇ ਗੁਰੂ ਵੱਲੋਂ ਸਵੀਕਾਰ ਨਹੀਂ ਕੀਤੇ ਗਏ। ਸੋ ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ, ਉਹਨਾਂ ਸ਼ਬਦਾਂ ਦੀ ਪ੍ਰਾਪਤੀ ਕਰ, ਉਹਨਾਂ ਸ਼ਬਦਾਂ ਦੀ ਵਿਚਾਰ ਕਰ ਜਿਹੜੇ ਸ਼ਬਦਾਂ ਨੂੰ ਗੁਰਬਾਣੀ ਤੈਨੂੰ ਆਖਦੀ ਹੈ। ਤੇ ਜੇ ਤੂੰ ਗੁਰਬਾਣੀ ਵਾਲੇ ਸ਼ਬਦਾਂ ਨੂੰ ਸੁਰਤ 'ਚ ਵਸਾ ਕੇ ਉਹ ਸੁਗਿਆਨ ਪ੍ਰਾਪਤ ਕਰੇਗਾ, ਤੂੰ ਇਸ ਭਵ ਸਾਗਰ ਦੇ ਵਿੱਚੋਂ ਸਹਿਜੇ ਹੀ ਪਾਰ ਹੋ ਸਕਦਾ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਹੀ ਸੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।